ਵੈਲਕਮ ਸਟੂਡੈਂਟਸ। ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਯਾਨੀ ਗੁਰਮੀਤ ਸਿੰਘ ਮੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਵੀਡੀਓ 10th ਕਲਾਸ ਦੇ ਲਈ ਹੈ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ 10th ਕਲਾਸ ਦਾ 3rd ਚੈਪਟਰ ਜੋ ਕਿ ਹੈ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ 2 ਵੇਰੀਏਬਲਸ ਯਾਨੀ ਕਿ ਦੋ ਚੱਲ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ। ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇੱਕ ਲੀਨੀਅਰ ਇਕੁਏਸ਼ਨ ਯਾਨੀ ਕਿ ਰੇਖੀ ਸਮੀਕਰਨ ਕੀ ਹੁੰਦੀ ਹੈ ਤੇ ਦੋ ਚਲਾਂ ਦੇ ਵਿੱਚ ਸਪੈਸ਼ਲੀ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਆਪਾਂ ਐਕਸਰਸਾਈਜ਼ 3.1 ਦੇ ਕੁਐਸਚਨਸ ਸੋਲਵ ਕਰਾਂਗੇ। ਸੋ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਨਾਲ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਇਕੁਏਸ਼ਨ ਦੀ। ਇਕੁਏਸ਼ਨ यानी कि समीकरण। ओके ਜਿਹੜਾ ਨੇਮ ਹੈ ਇਸ ਦਾ ਇਕੁਏਸ਼ਨ ਉਹਦੇ ਵਿੱਚ ਇੱਕ ਵਰਡ ਲੁਕਿਆ ਹੋਇਆ ਇਕੁਅਲ यानी कि ਜਦੋਂ ਆਪਾਂ ਇੱਕ ਸਮੀਕਰਨ ਲਿਖਾਂਗੇ ਜਾਂ ਇਕੁਏਸ਼ਨ ਲਿਖਾਂਗੇ ਤਾਂ ਇਕੁਅਲ ਟੂ ਦਾ ਸਾਈਨ ਯੂਜ਼ ਹੋਏਗਾ। ਉਸ ਦੀ ਲੈਫਟ ਹੈਂਡ ਸਾਈਡ ਤੇ ਕੋਈ ਟਰਮ ਹੋਏਗੀ, ਉਹਦੀ ਰਾਈਟ ਹੈਂਡ ਸਾਈਡ ਤੇ ਕੋਈ ਟਰਮ ਹੋਏਗੀ ਜਿਹੜੀ ਕਿ ਵੇਰੀਏਬਲਸ ਤੇ ਕਨਸਟੈਂਟਸ ਤੋਂ ਮਿਲ ਕੇ ਬਣੀ ਹੋਏਗੀ। ਸਪੋਜ਼ ਆਪਾਂ ਇੱਧਰ ਲਿਖਦੇ ਹਾਂ 2x + 5। ਇਹਦੇ ਵਿੱਚ x ਹੈ ਜਿਹੜਾ ਇਹਨੂੰ ਬੋਲਦੇ ਆਪਾਂ ਵੇਰੀਏਬਲ यानी कि ਚਲ। ਇਹ ਹੈ ਆਪਣਾ ਵੇਰੀਏਬਲ यानी कि ਚਲ ਤੇ ਜਿਹੜਾ ਇੱਥੇ 2 ਹੈ ਜੋ x ਦੇ ਨਾਲ ਲੱਗਿਆ ਹੈ ਇਹਨੂੰ ਬੋਲਦੇ ਹੁੰਦੇ ਆ ਆਪਾਂ ਕੋਐਫੀਸ਼ੀਐਂਟ ਜਾਂ ਗੁਣਾਕ। ਕੋਐਫੀਸ਼ੀਐਂਟ यानी कि ਗੁਣਾਕ। ਇਹ x ਦਾ ਗੁਣਾਕ ਹੈ, x ਦਾ ਕੋਐਫੀਸ਼ੀਐਂਟ ਹੈ। ਆ ਜਿਹੜੀ ਆਪਣੇ ਕੋਲ 5 ਪ੍ਰੈਜ਼ੈਂਟ ਹੈ ਇਹ ਹੁੰਦਾ ਆਪਣੇ ਕੋਲ ਕਾਂਸਟੈਂਟ ਟਰਮ। ਕਾਂਸਟੈਂਟ ਟਰਮ ਜਾਂ ਕਾਂਸਟੈਂਟ ਜਿਹਨੂੰ ਆਪਾਂ ਬੋਲਦੇ ਆ ਅਚਲ ਪੰਜਾਬੀ ਦੇ ਵਿੱਚ, ਜਿਹਦੀ ਵੈਲਿਊ ਚੇਂਜ ਨਹੀਂ ਹੁੰਦੀ, ਵੇਰੀਏਬਲ ਦੀ ਵੈਲਿਊ ਚੇਂਜ ਹੁੰਦੀ ਰਹਿੰਦੀ ਹੈ। ਦੂਸਰੀ ਸਾਈਡ ਤੇ ਆਪਾਂ ਕੁਝ ਲੈਂਦੇ ਆ ਨੰਬਰ ਸੇ 10 ਲੈ ਲਿਆ ਤਾਂ ਇਹ ਵੀ ਆਪਣੇ ਕੋਲ ਇੱਕ ਅਚਲ ਹੋਏਗਾ यानी कि ਕਾਂਸਟੈਂਟ। ਸੋ ਇਹ ਬਣ ਗਈ ਆਪਣੇ ਕੋਲ ਇੱਕ ਸਮੀਕਰਨ यानी कि ਇਕੁਏਸ਼ਨ ਜਿਹਦੀ ਲੈਫਟ ਹੈਂਡ ਸਾਈਡ ਤੇ 2x + 5 ਪਿਆ ਤੇ ਰਾਈਟ ਹੈਂਡ ਸਾਈਡ ਤੇ 10 ਪਿਆ ਹੈ ਤੇ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਇਕੁਅਲ ਟੂ ਦਾ ਸਾਈਨ ਹੈ। ਇਟ ਮੀਨਸ ਇਹ ਇਕੁਏਟ ਹੋ ਰਹੇ ਨੇ ਇੱਕ ਦੂਜੇ ਦੇ ਨਾਲ। ਤਾਂ ਇਸ ਤਰ੍ਹਾਂ ਆਪਣੇ ਕੋਲ ਇੱਕ ਇਕੁਏਸ਼ਨ ਬਣਦੀ ਹੈ। ਹਾਂਜੀ, ਇਹ ਇਕੁਏਸ਼ਨ ਇਹਦੇ ਵਿੱਚ x ਜਿਹੜਾ ਹੈ ਵੇਰੀਏਬਲ ਉਹਦੀ ਮੈਕਸਿਮਮ ਪਾਵਰ ਹੈ 1 ਕਿਉਂਕਿ ਜਿੱਥੇ ਕੋਈ ਪਾਵਰ ਨਹੀਂ ਲਿਖੀ ਹੁੰਦੀ ਇਟ ਮੀਨਸ ਉੱਥੇ ਪਾਵਰ ਹੁੰਦੀ ਹੈ 1। ਸੋ ਵੇਰੀਏਬਲ ਦੀ ਜਦੋਂ ਪਾਵਰ 1 ਹੋਏਗੀ ਮੈਕਸਿਮਮ ਘਾਤ यानी कि 1 ਹੋਏਗੀ ਵੱਧ ਤੋਂ ਵੱਧ, ਤਾਂ ਉਸ ਤਰ੍ਹਾਂ ਦੀ ਜਿਹੜੀ ਇਕੁਏਸ਼ਨ ਹੋਏਗੀ ਉਸ ਇਕੁਏਸ਼ਨ ਨੂੰ ਆਪਾਂ ਬੋਲਦੇ ਹਾਂ ਲੀਨੀਅਰ ਇਕੁਏਸ਼ਨ। ਸੋ ਇਹ ਹੈ ਆਪਣੇ ਕੋਲ ਇੱਕ ਲੀਨੀਅਰ ਇਕੁਏਸ਼ਨ। ਲੀਨੀਅਰ ਇਕੁਏਸ਼ਨ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਰੇਖੀ ਸਮੀਕਰਨ। ਰੇਖੀ ਸਮੀਕਰਨ ਇਹ ਹੈ ਆਪਣੇ ਕੋਲ ਇੱਕ ਰੇਖੀ ਸਮੀਕਰਨ। ਇੱਕ ਚੱਲ ਦੇ ਵਿੱਚ ਆਪਾਂ ਗੱਲ ਕਰਨੀ ਹੈ ਦੋ ਚੱਲ ਵਾਲੀ ਰੇਖੀ ਸਮੀਕਰਨ ਦੀ। ਸੋ ਦੋ ਚੱਲ ਵਾਲੀ ਰੇਖੀ ਸਮੀਕਰਨ ਦੇ ਵਿੱਚ ਇੱਕ x ਵੇਰੀਏਬਲ ਲੈਂਦੇ ਪਏ ਆ, ਨਾਲ ਕੋਈ ਹੋਰ ਵੇਰੀਏਬਲ ਯੂਜ਼ ਕਰ ਸਕਦੇ ਆ ਆਪਾਂ। ਸੇ 2x + 3y = 10। ਹਾਂਜੀ, ਇਸ ਤਰ੍ਹਾਂ ਦੀ ਇਕੁਏਸ਼ਨ ਹੋਏਗੀ। ਦੋ ਵੇਰੀਏਬਲ ਹੋ ਗਏ ਤੇ ਦੋਨਾਂ ਦੀ ਮੈਕਸਿਮਮ ਪਾਵਰ 1 ਹੈ। ਸੋ ਇਹ ਇੱਕ ਰੇਖੀ ਸਮੀਕਰਨ ਹੈ ਬਟ ਇਸ ਵਾਰ ਵੇਰੀਏਬਲਸ ਦੋ ਹੋ ਗਏ। ਸੋ ਦੋ ਚੱਲ ਦੇ ਵਿੱਚ ਇੱਕ ਰੇਖੀ ਸਮੀਕਰਨ ਹੋ ਗਈ ਇਹ। ਅੱਗੇ ਗੱਲ ਹੋ ਰਹੀ ਹੈ ਆਪਣੇ ਕੋਲ ਜੋੜੇ ਦੀ यानी ਪੇਅਰ ਦੀ। ਤੇ ਜੋੜੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਦੋ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਆਪਾਂ ਪੇਅਰ ਆਫ ਸ਼ੂਜ਼ ਤਾਂ ਉਹਦੇ ਵਿੱਚ ਆਪਣੇ ਕੋਲ ਹਮੇਸ਼ਾ ਦੋ ਚੀਜ਼ਾਂ ਹੁੰਦੀਆਂ ਨੇ। ਇਟ ਮੀਨਸ ਇੱਕ ਇਕੁਏਸ਼ਨ ਇਹ ਹੈ, ਇੱਕ ਇਕੁਏਸ਼ਨ ਆਪਣੇ ਕੋਲ ਜ਼ਰੂਰ ਹੀ ਇੱਕ ਹੋਰ ਇਕੁਏਸ਼ਨ ਹੋਏਗੀ। ਉਹ ਇਕੁਏਸ਼ਨ ਹੋ ਸਕਦੀ ਹੈ ਜੇਕਰ ਆਪਾਂ ਚੱਲ x ਤੇ y ਯੂਜ਼ ਕੀਤੇ ਨੇ ਤਾਂ ਸੈਕੰਡ ਇਕੁਏਸ਼ਨ ਵੀ x ਤੇ y ਦੇ ਵਿੱਚ ਹੀ ਹੋਏਗੀ। ਸਪੋਜ਼ ਕਰੋ ਉਹ ਹੈ 5x - 3y = 15। ਇਸ ਤਰ੍ਹਾਂ ਦੀ ਕੋਈ ਇਕੁਏਸ਼ਨ ਹੋਏਗੀ। ਸੋ ਆਪਣੇ ਕੋਲ ਜਦੋਂ ਹੁਣ ਆਪਾਂ ਚੈਪਟਰ 3 ਸਟਾਰਟ ਕਰਨ ਜਾ ਰਹੇ ਹਾਂ, ਚੈਪਟਰ 3 ਦੇ ਵਿੱਚ ਆਪਣੇ ਕੋਲ ਸਾਰੀਆਂ ਜਿਹੜੀਆਂ ਹੋਣਗੀਆਂ ਇਕੁਏਸ਼ਨਸ ਉਹ ਦੋ ਚੱਲ ਦੇ ਵਿੱਚ ਹੋਣਗੀਆਂ, ਉਹ ਰੇਖੀ ਹੋਣਗੀਆਂ ਤੇ ਉਹ ਪੇਅਰ ਵਾਈਜ਼ ਹੋਣਗੀਆਂ। ਆਪਾਂ ਨੂੰ ਦੋ ਇਕੁਏਸ਼ਨਸ ਇਕੱਠੀਆਂ ਦਿੱਤੀਆਂ ਹੋਣਗੀਆਂ ਜਾਂ ਐਸੀਆਂ ਸਿਚੁਏਸ਼ਨਸ ਹੋਣਗੀਆਂ ਜਿੱਥੇ ਆਪਣੇ ਕੋਲ ਦੋ ਇਕੁਏਸ਼ਨਸ ਬਣਨਗੀਆਂ। ਫਰਦਰ ਇਹਨਾਂ ਨੂੰ ਆਪਾਂ ਸੋਲਵ ਕਰਾਂਗੇ ਤੇ x ਤੇ y ਦੀਆਂ ਵੈਲਿਊਜ਼ ਲੱਭਾਂਗੇ। x ਤੇ y ਦੀਆਂ ਜੋ ਵੈਲਿਊਜ਼ ਆਪਾਂ ਨੂੰ ਮਿਲਣਗੀਆਂ ਉਹੀ ਇਸ ਜੋੜੇ ਦਾ ਸੋਲੂਸ਼ਨ ਕਹਿਲਾਉਂਦਾ ਹੈ। ਸੋ ਦਿੱਤੀਆਂ ਇਕੁਏਸ਼ਨਸ ਦਾ ਸੋਲੂਸ਼ਨ ਉਹ ਹੋਏਗਾ। ਹੁਣ ਆਪਾਂ ਸਟਾਰਟ ਕਰਾਂਗੇ ਐਕਸਰਸਾਈਜ਼ 3.1। ਤਾਂ ਦੇਖਦੇ ਹਾਂ ਐਕਸਰਸਾਈਜ਼ 3.1 ਦਾ ਪਹਿਲਾ ਕੁਐਸਚਨ ਕੀ ਹੈ ਆਪਣੇ ਕੋਲ। ਉਸਦੀ ਸਟੇਟਮੈਂਟ ਹੈ ਆਫਤਾਬ tells his daughter 7 years ago I was 7 times as old as you were then। ਆਫਤਾਬ ਆਪਣੀ ਬੇਟੀ ਨੂੰ ਕਹਿ ਰਿਹਾ 7 ਸਾਲ ਪਹਿਲਾਂ ਉਸ ਟਾਈਮ ਜੋ ਤੁਹਾਡੀ ਏਜ ਸੀ, ਮੇਰੀ ਏਜ ਉਸ ਟਾਈਮ ਦੀ ਤੁਹਾਡੀ ਏਜ ਦਾ 7 ਟਾਈਮਸ ਸੀ। ਆਲਸੋ 3 years from now यानी ਹੁਣ ਤੋਂ 3 ਸਾਲ ਬਾਅਦ ਦੀ ਗੱਲ ਕਰੀਏ I shall be 3 times as old as you will be। ਤਾਂ ਮੇਰੀ ਉਮਰ ਤੁਹਾਡੀ ਉਮਰ ਦਾ 3 ਗੁਣਾ ਹੋਏਗੀ।
Isn't it interesting? Represent this situation algebraically and graphically. ਇਹ ਜੋ ਸਿਚੁਏਸ਼ਨ ਦਿੱਤੀ ਹੋਈ ਹੈ ਇੱਥੋਂ ਆਪਾਂ ਪਹਿਲਾਂ ਇਕੁਏਸ਼ਨਸ ਫਾਰਮ ਕਰਾਂਗੇ। ਇਟ ਮੀਨਸ ਉਹ ਐਲਜੈਬਰਿਕਲੀ ਆਪਣੇ ਕੋਲ ਰਿਪਰੈਜ਼ੈਂਟੇਸ਼ਨ ਹੋ ਜਾਏਗੀ ਇਸ ਸਿਚੁਏਸ਼ਨ ਦੀ, ਤੇ ਬਾਅਦ ਦੇ ਵਿੱਚ ਉਹਨਾਂ ਇਕੁਏਸ਼ਨਸ ਨੂੰ ਲੈ ਕੇ ਆਪਾਂ ਗ੍ਰਾਫ ਪਲੋਟ ਕਰਾਂਗੇ ਜੋ ਕਿ ਇਸ ਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੋਏਗੀ। ਸੋ ਦੇਖਦੇ ਹਾਂ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਇਕੁਏਸ਼ਨਸ ਬਣਾਉਂਦੇ ਹਾਂ। ਤਾਂ ਪਹਿਲਾਂ ਉਹਨਾਂ ਦੀਆਂ ਏਜਿਸ ਐਜ਼ਿਊਮ ਕਰਾਂਗੇ, ਲੈਟ देयर ਪ੍ਰੈਜ਼ੈਂਟ ਏਜਿਸ ਵੀ, ਲੈਟ फादर्स प्रेजेंट एज एक्स ईयर्स। हाँ जी, आप फादर यानी आफ्ताब दी एज एज्यूम कर ली एक्स ईयर्स एंड डॉटर्स प्रेजेंट एज वो आप एज्यूम कर लांगे वाई ईयर्स। हाँ जी, ये मान लिया ਆਪਾਂ y। फिर कह रहे ਉਹ 7 ईयर्स एगो 7 साल पहला ਦੀ ਗੱਲ ਹੋ ਰਹੀ ਹੈ। हाँ जी, जेकर ਉਹਨਾਂ ਦੀਆਂ ਹੁਣ ਦੀਆਂ एजेस x ਤੇ y ਸਾਲ ਨੇ ਤਾਂ 7 ईयर्स एगो 7 साल ਪਹਿਲਾਂ ਉਹਨਾਂ ਦੀਆਂ ਹੁਣ ਦੀਆਂ ਜੋ ਉਮਰਾਂ ਨੇ ਉਹਨਾਂ ਚੋਂ 7 ਸਾਲ ਮਾਈਨਸ ਹੋ ਜਾਏਗਾ ਕਿਉਂਕਿ ਪਿੱਛੇ ਏਜ ਜਾ ਰਹੀ ਹੈ। ਸੋ ਮਾਈਨਸ ਕਰਨਾ ਹੈ ਆਪਾਂ 7 ਨੂੰ। ਸੋ ਅਕੋਰਡਿੰਗ ਟੂ ਫਰਸਟ ਕੰਡੀਸ਼ਨ 7 साल पहला आफ्ताब की एज हो जाएगी x-7 ते डॉटर की एज हो जाएगी y-7 ईयर्स। x-7 ईयर्स, y-7 ईयर्स। हुण कह रहा है कि आई वॉज 7 टाइम्स एज ओल्ड एज यू एट दैट टाइम। मीनस जिहड़ा आफ्ताब है ਉਹਦੀ एज बेटी दी एज ਦਾ 7 टाइम्स सी। सो बेटी दी एज उस टाइम सी y-7, ਉਹਦਾ 7 टाइम्स होएगा इंटू 7। तो आफ्ताब दी एज इस दे होएगी इक्वल, जो पहली कंडीशन है ਇਹਨੂੰ ਆਪਾਂ ब्रैकेट ਨੂੰ ओपन करांगे, ਉੱਥੋਂ ਆਪਣੇ ਕੋਲ ਇੱਕ ਇਕੁਏਸ਼ਨ ਬਣੇਗੀ x-7 इज इक्वल्स टू इधर 7 ਨੂੰ y ਦੇ ਨਾਲ ਮਲਟੀਪਲਾਈ ਕਰਾਂਗੇ ਮਿਲ ਜਾਏਗਾ 7y। फिर आ 7 ਜਿਹੜਾ है 7 ਨਾਲ ਮਲਟੀਪਲਾਈ ਹੋਏਗਾ ਮਾਈਨਸ ਦਾ ਸਾਈਨ है 7 ਨਾਲ ਮਲਟੀਪਲਾਈ ਹੋ ਕੇ ਆਪਾਂ ਨੂੰ ਦੇਗਾ 49। ਤਾਂ ਆਪਾਂ ਜਿਹੜਾ ਇਹ 7 ਹੈ ਇਹਨੂੰ ਦੂਸਰੀ ਸਾਈਡ ਤੇ ਲੈ ਜਾਂਦੇ ਆ ਤਾਂ ਜੋ ਆਪਣੇ ਕੋਲ ਇੱਕ ਸਾਈਡ ਤੇ ਸਿਰਫ ਇੱਕੋ ਵੇਰੀਏਬਲ ਰਹਿ ਜਾਵੇ। x ਇਜ਼ ਇਕੁਅਲਸ ਟੂ 7y ਮਾਈਨਸ 49। ਇਹ 7 ਮਾਈਨਸ ਦੇ ਉਧਰ ਜਾ ਕੇ ਹੋ ਜਾਣਗੇ ਪਲੱਸ ਦੇ 7, ਤਾਂ x ਇਜ਼ ਇਕੁਅਲਸ ਟੂ 7y ਮਾਈਨਸ ਇਹਨਾਂ ਦਾ ਜਿਹੜਾ ਡਿਫਰੈਂਸ ਹੋਏਗਾ ਕਿਉਂਕਿ ਸਾਈਨਸ ਅਲੱਗ-ਅਲੱਗ ਨੇ ਸੋ ਇਹਨਾਂ ਦਾ ਡਿਫਰੈਂਸ ਲਿਆ ਜਾਏਗਾ। ਇਹਨਾਂ ਦਾ ਡਿਫਰੈਂਸ ਮਿਲੇਗਾ ਆਪਾਂ ਨੂੰ 42 ਤੇ 42 ਦੇ ਨਾਲ ਸਾਈਨ ਆਏਗਾ ਜੋ ਇਹਨਾਂ ਚੋਂ ਵੱਡਾ ਨੰਬਰ ਸੀ, ਵੱਡੇ ਨੰਬਰ ਦੇ ਨਾਲ ਮਾਈਨਸ ਦਾ ਸਾਈਨ ਸੀ, ਸੋ ਮਾਈਨਸ ਦਾ 42 ਮਿਲ ਗਿਆ। ਇਹ ਆ ਗਈ ਆਪਣੇ ਕੋਲ ਫਰਸਟ ਇਕੁਏਸ਼ਨ। ਹਾਂਜੀ, ਹੁਣ ਦੇਖਦੇ ਹਾਂ ਅਗਲੀ ਕੰਡੀਸ਼ਨ ਤੇ ਉੱਥੋਂ ਵੀ ਆਪਾਂ ਇੱਕ ਇਕੁਏਸ਼ਨ ਬਣਾਵਾਂਗੇ। ਅਗਲੀ ਕੰਡੀਸ਼ਨ ਹੈ 3 years from now, यानी कि ਹੁਣ ਤੋਂ 3 ਸਾਲ ਬਾਅਦ according to second condition 3 years from now 3 ਸਾਲ ਬਾਅਦ ਦੀ ਗੱਲ ਹੋ ਰਹੀ ਹੈ। ਜੋ ਆਫਤਾਬ ਦੀ ਏਜ ਹੈ ਉਹਦੇ ਵਿੱਚ ਵੀ 3 years ਐਡ ਹੋ ਜਾਣਗੇ ਤੇ ਡਾਟਰ ਦੀ ਏਜ ਦੇ ਵਿੱਚ ਵੀ 3 years ਐਡ ਹੋ ਜਾਣਗੇ ਕਿਉਂਕਿ ਦੋਨੋਂ ਹੀ 3-3 ਸਾਲ ਵੱਡੇ ਹੋ ਜਾਣਗੇ ਤੇ ਵੱਡੇ ਹੋਣ ਤੇ ਉਹ ਏਜ ਦੇ ਵਿੱਚ ਜੁੜ ਜਾਂਦਾ ਹੈ ਪ੍ਰੈਜ਼ੈਂਟ ਏਜ ਦੇ ਵਿੱਚ ਉਹ ਨੰਬਰ। ਕਿਸੇ ਨੇ ਵੀ ਉਹ ਨੰਬਰ ਉਹਨਾਂ ਏਜਿਸ ਦੇ ਨਾਲ ਮਲਟੀਪਲਾਈ ਚ ਨਹੀਂ ਲਿਖਣਾ, ਯਾਨੀ ਕਿ ਇੱਥੇ 3x ਜਾਂ 3y ਨਹੀਂ ਕਰ ਦੇਣਾ। ਜੇਕਰ 3 ਸਾਲ ਬਾਅਦ ਦੀ ਗੱਲ ਹੋ ਰਹੀ ਹੈ ਤਾਂ ਐਡ ਕਰਕੇ ਹੀ ਉਸ ਨੰਬਰ ਨੂੰ ਏਜਿਸ ਦੇ ਵਿੱਚ ਆਪਾਂ ਲਿਖਣਾ ਹੈ। ਸੋ ਇਹ ਤਾਂ ਹੋ ਗਿਆ ਉਹਨਾਂ ਤੋਂ ਉਹਨਾਂ ਦੀਆਂ 3 ਸਾਲ ਬਾਅਦ ਦੀਆਂ ਏਜਿਸ। ਕੰਡੀਸ਼ਨ ਹੈ ਕਿ आई शैल बी 3 टाइम्स। आफ्ताब कह रहा है कि मेरी उम्र बेटी की उम्र का 3 गुणा होएगी 3 टाइम्स यानी कि 3 इंटू करता वह 3 टाइम्स ले लिया तो यह आपस दे विच होणगे इक्वल। तो इनू आपां हुण सिंपलीफाई करके सैकेंड इक्वेशन बनावांगे। x प्लस 3 लैफ्ट हैंड साइड ते राइट हैंड साइड ते 3 जो y ना मल्टीप्लाई होएगा मिलेगा 3y। फिर 3 ना मल्टीप्लाई होएगा 3 3 आर 9। हाँ जी, x वेरीएबल नूं एक साइड ते रख लैंदे आ, दूसरी साइड ते जिहड़ा 3 है इहनूं भी लै जांदे आ तां आपां नूं मिलेगा 3y प्लस 9 ऑलरेडी देयर 3 उधर जाके -3 टिल बिकम सो x वुड बी 3y
हाँ जी, this will simply be subtracted 3 from 9, we will get 3y plus 6। सो ये बन गई अपने कोल सैकेंड इक्वेशन। हाँ जी, ये ਜਿਹੜੀਆਂ दो इक्वेशनस हैं ये रिप्रेजेंट करदियां पईयां ने गिवन सिचुएशन ਨੂੰ ਐਲਜੈਬਰਿਕਲੀ ਤੇ ਇਸ ਤੋਂ ਬਾਅਦ ਜਦੋਂ ਇਹਨਾਂ ਦਾ ਆਪਾਂ ਗ੍ਰਾਫ ਪਲੋਟ ਕਰਾਂਗੇ ਉਹ ਇਹਨਾਂ ਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੋਏਗੀ। ਸਟੂਡੈਂਟਸ ਤੁਸੀਂ 9th ਕਲਾਸ ਦੇ ਵਿੱਚ ਵੀ ਗ੍ਰਾਫ ਪਲੋਟ ਕੀਤੇ ਨੇ ਲੀਨੀਅਰ ਇਕੁਏਸ਼ਨਸ ਦੇ 4th ਚੈਪਟਰ ਦੇ ਵਿੱਚ। ਤੁਹਾਨੂੰ ਪਤਾ ਹੋਏਗਾ ਕਿ ਪਹਿਲਾਂ ਗ੍ਰਾਫ ਪਲੋਟ ਕਰਨ ਦੇ ਲਈ ਆਪਣੇ ਕੋਲ ਆਪਾਂ x ਦੀਆਂ ਜਾਂ y ਦੀਆਂ ਕਿਸੇ ਦੀਆਂ ਵੈਲਿਊਜ਼ ਫਿਲ ਕਰਦੇ ਹਾਂ, ਉਹਦੇ ਅਕੋਰਡਿੰਗ ਆਪਾਂ ਦੂਜੇ ਵੇਰੀਏਬਲ ਦੀਆਂ ਵੈਲਿਊਜ਼ ਨਿਕਾਲਨੇ ਆ। ਘੱਟੋ ਘੱਟ ਆਪਣੇ ਕੋਲ 2 ਜਾਂ 3 ਸੋਲੂਸ਼ਨ ਹੋਣੇ ਚਾਹੀਦੇ ਨੇ। ਇਸੇ ਤਰ੍ਹਾਂ ਆਪਾਂ ਦੂਜੀ ਇਕੁਏਸ਼ਨ 'ਚ ਵੀ ਕਰਾਂਗੇ, x ਜਾਂ y ਦੀਆਂ ਵੈਲਿਊਜ਼ ਭਰਾਂਗੇ, ਉਸ ਤੋਂ ਬਾਅਦ ਦੂਜੇ ਵੇਰੀਏਬਲ ਦੀਆਂ ਵੈਲਿਊਜ਼ ਆਣਗੀਆਂ ਤਾਂ ਉਹ ਆਪਣੇ ਕੋਲ ਸੋਲੂਸ਼ਨਸ ਹੋਣਗੇ ਉਸ ਇਕੁਏਸ਼ਨ ਦੇ। ਫਿਰ ਉਹਨਾਂ ਨੂੰ ਆਪਾਂ ਗ੍ਰਾਫ ਦੇ ਉੱਤੇ ਪਲੋਟ ਕਰਾਂਗੇ ਤੇ ਉਹਨਾਂ ਨੂੰ ਗ੍ਰਾਫ ਦੇ ਉੱਤੇ ਪਲੋਟ ਕਰਕੇ ਉਹਨਾਂ ਦੇ ਵਿੱਚੋਂ ਲਾਈਨਸ ਡਰਾ ਕਰਾਂਗੇ। ਪਹਿਲਾਂ ਦੇਖਦੇ ਹਾਂ ਪਹਿਲੀ ਇਕੁਏਸ਼ਨ ਨੂੰ ਜੋ ਕਿ ਹੈ ਆਪਣੇ ਕੋਲ x = 7y - 42। ਇਹਦੇ ਵਿੱਚ ਆਪਾਂ y ਦੀਆਂ ਕੋਈ ਦੋ ਵੈਲਿਊਜ਼ ਘੱਟੋ ਘੱਟ ਭਰਾਂਗੇ। ਤਾਂ ਪਹਿਲਾਂ ਭਰ ਲੈਂਦੇ ਆ ਪੁੱਟ y = ਆਪਾਂ ਜੇਕਰ ਭਰ ਲਈਏ ਇਹਦੇ ਵਿੱਚ y ਨੂੰ 5 ਤਾਂ x ਮਿਲ ਜਾਏਗਾ ਆਪਣੇ ਕੋਲ 7 × 5 - 42 यानी कि 35 - 42। x की वैल्यू x = a बन जाएगा अपने कोल -7। दूजी वैल्यू भरते हैं आप y दी, पुट y = 7। x मिल जाएगा आपां 7 × y की जगह ते 7 भरन लगे आ वाला। सो 7 × 7 - 42। x = 49 - 42 करके x मिल गया आपां 7। हाँ जी, आपां y दियां 5 ते 7 वैल्यूज ही क्यों भरियां? आपां जेकर y दी कोई होर वैल्यू सपोज करो तुसीं 0 भरदे, जेकर तुसीं इहनूं 0 भरदे y नूं तां इहने बन जाना सी 0 ਤੇ ਦੂਜੇ ਪਾਸੇ x ਦੀ ਵੈਲਿਊ ਮਿਲ ਜਾਣੀ ਸੀ 42 ਜੋ ਕਿ ਕਾਫੀ ਵੱਡੀ ਸੀ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਐਸੀ ਵੈਲਿਊ ਜੇਕਰ ਆਪਾਂ ਨੂੰ ਲੱਭ ਜਵੇ ਤਾਂ ਕਿ ਜੇ ਕਦੋਂ ਆਪਾਂ y ਭਰਿਆ ਤਾਂ x ਦੀ ਵੈਲਿਊ ਆਈ -7 ਜੋ ਕਿ ਨੇੜੇ ਤੇੜੇ ਹੈ। 5 ਤੇ 7 ਫੇਰ ਵੀ ਨੇੜੇ ਨੇ। ਤੇ ਜੇਕਰ ਆਪਾਂ y ਨੂੰ 6 ਭਰਦੇ ਤਾਂ ਇਹਨੇ 0 ਦੇਣਾ ਸੀ। ਤੁਸੀਂ ਉਹ ਵੈਲਿਊ ਵੀ ਲੈ ਸਕਦੇ ਸੀ। ਮੈਂ ਲਈ 7 ਵੈਲਿਊ, ਜਦੋਂ 7 ਫਿਲ ਕੀਤਾ ਤਾਂ x ਵੀ ਆ ਗਿਆ 7। ਸੋ ਫਿਰ ਇਹ ਵੈਲਿਊਜ਼ ਨੇੜੇ ਤੇੜੇ ਨੇ। ਸੋ ਜਦੋਂ ਵੀ ਆਪਣੇ ਕੋਲ ਇਸ ਤਰ੍ਹਾਂ ਦੀ ਕੋਈ ਇਕੁਏਸ਼ਨ ਹੋਏ ਜਿਹਦੇ ਵਿੱਚ ਇੱਕ ਵੈਲਿਊ ਛੋਟੀ ਭਰੇ ਤੇ ਦੂਜੇ ਦੀ ਵੈਲਿਊ ਬਹੁਤ ਵੱਡੀ ਮਿਲਦੀ ਹੋਵੇ ਤਾਂ ਆਪਾਂ ਪਹਿਲੇ ਵੇਰੀਏਬਲ ਦੀ ਵੈਲਿਊ ਨੂੰ ਥੋੜਾ ਜਿਹਾ ਵਧਾ ਕੇ ਐਸੀ ਵੈਲਿਊ ਸਿਲੈਕਟ ਕਰਨੀ ਹੈ ਤਾਂ ਜੋ ਦੂਜੇ ਵੇਰੀਏਬਲ ਦੀ ਵੈਲਿਊ ਵੀ ਨੇੜੇ ਤੇੜੇ ਰਹੇ, ਜਿਸ ਨੂੰ ਗ੍ਰਾਫ ਤੇ ਪਲੋਟ ਕਰਨਾ ਈਜ਼ੀ ਰਹੇ। ਹਾਂਜੀ, ਹੁਣ ਆਪਾਂ x ਦੀ ਪਹਿਲਾਂ ਵੈਲਿਊ y ਦੀ ਭਰੀ 5 ਤਾਂ x ਦੀ ਵੈਲਿਊ ਮਿਲੀ ਆਪਾਂ ਨੂੰ -7। ਸੋ ਇੱਥੇ ਲਿਖ ਦਿੱਤੀ। ਸੈਕਿੰਡ ਟਾਈਮ y ਦੀ ਵੈਲਿਊ 7 ਭਰੀ ਤਾਂ ਆਪਾਂ ਨੂੰ x ਦੀ ਵੈਲਿਊ ਵੀ ਮਿਲੀ 7। ਸੋ ਆਪਾਂ ਇਹਦੇ ਬਾਕਸ ਦੇ ਵਿੱਚ ਭਰ ਦਿੱਤੀਆਂ। ਇਹ ਬਾਕਸ ਫਿਰ ਆਪਾਂ ਯੂਜ਼ ਕਰਾਂਗੇ ਪਹਿਲਾਂ ਆਹ ਵਾਲਾ ਪੁਆਇੰਟ ਫਿਰ ਆਹ ਵਾਲਾ ਪੁਆਇੰਟ ਗ੍ਰਾਫ ਪਲੋਟ ਕਰਨ ਦੇ ਲਈ। ਇਸੇ ਤਰ੍ਹਾਂ ਸੈਕਿੰਡ ਇਕੁਏਸ਼ਨ ਦੇ ਵਿੱਚ ਆਪਣੇ ਕੋਲ x = 3y + 6 ਹੈ। ਇਹਦੇ ਵਿੱਚ y ਦੀਆਂ ਵੈਲਿਊਜ਼ ਭਰਦੇ ਆ। ਪੁੱਟ y = y ਦੀ ਵੈਲਿਊ ਆਪਾਂ ਪਹਿਲਾਂ ਭਰ ਲੈਂਦੇ ਆ। ਸਪੋਜ਼ ਕਰੋ 0 ਤਾਂ x ਆ ਜਾਏਗਾ ਆਪਣੇ ਕੋਲ 3 × 0 + 6। x = 3 × 0 ਇਹ 0 ਦੇਗਾ ਆਪਾਂ ਨੂੰ 0 + 6 ਤਾਂ x ਆ ਜਾਏਗਾ 6। ਸੋ y ਭਰਿਆ 0 ਤਾਂ x ਮਿਲ ਗਿਆ 6। ਸੋ 0 6 ਸੋਲੂਸ਼ਨ ਹੋ ਗਿਆ। ਸੋ 6 0 ਸੋਲੂਸ਼ਨ ਹੋ ਗਿਆ ਕਿਉਂਕਿ x ਵਾਲੀ ਵੈਲਿਊ ਅੱਗੇ ਆਂਦੀ ਹੁੰਦੀ ਹੈ, y ਦੀ ਵੈਲਿਊ ਪਿੱਛੇ ਆਂਦੀ ਹੁੰਦੀ ਹੈ। x 6 y 0। ਇਸ ਕੇਸ ਦੇ ਵਿੱਚ ਵੀ ਆਪਾਂ ਸੋਲੂਸ਼ਨ ਦੀ ਫਾਰਮ 'ਚ ਇਹਨੂੰ ਆਪਾਂ ਬ੍ਰੈਕਟ 'ਚ ਰੱਖ ਸਕਦੇ ਹਾਂ -7 5 ਤੇ ਇੱਧਰ ਆਪਣੇ ਕੋਲ ਦੋਨੋਂ ਹੀ 7 7 ਸੀ। ਸੋ ਇਸ ਤਰ੍ਹਾਂ ਹਾਂਜੀ ਪਹਿਲਾ ਆ ਗਿਆ y 0 x 6 ਤਾਂ y ਦੀ ਹੁਣ ਵੈਲਿਊ ਆਪਾਂ ਚੇਂਜ ਕਰਕੇ ਭਰਦੇ ਹਾਂ ਕੋਈ। ਪੁੱਟ y = ਜੇਕਰ ਆਪਾਂ -1 ਲੈ ਲਈਏ, ਤੁਸੀਂ 1 ਵੀ ਲੈ ਸਕਦੇ ਹੋ, ਮੈਂ -1 ਲੈ ਰਿਹਾ ਤਾਂ ਕਿ ਗ੍ਰਾਫ ਤੇ ਨੇੜੇ ਤੇੜੇ ਰਹਿਣ। ਤਾਂ ਆਪਾਂ ਨੂੰ x ਮਿਲ ਜਾਏਗਾ x = 3 × -1 + 6। x = -3 + 6 ਤਾਂ x ਆ ਜਾਏਗਾ ਆਪਣੇ ਕੋਲ +3। ਤਾਂ ਇਸ ਕੇਸ ਦੇ ਵਿੱਚ ਸੋਲੂਸ਼ਨ ਮਿਲਿਆ x 3y -1। ਜੇਕਰ ਤੁਸੀਂ y ਨੂੰ 1 ਲੈਂਦੇ ਆਪਾਂ ਤਾਂ ਕੀ ਮਿਲਣਾ ਸੀ? x = 3 × 1 + 6। x = 3 + 6। x = 9। ਜੇਕਰ ਗ੍ਰਾਫ ਵਾਲਾ ਪੇਜ ਹੈ ਜਿਹੜਾ ਉਹ ਵੱਡਾ ਹੈ ਫਿਰ ਤਾਂ ਤੁਸੀਂ 9 ਵੈਲਿਊ ਦੇ ਨਾਲ ਵੀ ਬਣਾ ਸਕਦੇ ਹੋ। ਅਦਰਵਾਈਜ਼ ਜੇਕਰ ਛੋਟਾ ਗ੍ਰਾਫ ਦੇ ਵਿੱਚ ਕਰਨਾ ਚਾਹੁੰਦੇ ਹੋ ਕੰਮ ਤਾਂ ਆਪਾਂ ਆਹ ਪੁਆਇੰਟ ਲੈ ਲਾਂਗੇ
ਤਾਂ ਉੱਥੇ ਆਪਾਂ ਨੂੰ ਇਸ ਪੁਆਇੰਟ ਦਾ ਫਾਇਦਾ ਰਹੇਗਾ। ਸੋ x ਮੇਰਾ ਆਇਆ 3 ਜਦੋਂ ਮੈਂ y ਨੂੰ ਲਿਆ -1। ਹਾਂਜੀ, ਹੁਣ ਇਸ ਤੋਂ ਬਾਅਦ ਆਪਾਂ ਇਹਨਾਂ ਦੋਨਾਂ ਨੂੰ ਯੂਜ਼ ਕਰਕੇ ਗ੍ਰਾਫ ਪਲੋਟ ਕਰਾਂਗੇ। ਓਕੇ ਸਟੂਡੈਂਟਸ, ਹੁਣ ਆਉਂਦੀ ਹੈ ਗ੍ਰਾਫ ਦੀ ਵਾਰੀ। ਦੋਨੋਂ ਇਕੁਏਸ਼ਨਸ ਦੇ ਦੋ ਸੋਲਿਊਸ਼ਨਸ ਆਪਾਂ ਬਾਕਸਿਸ ਦੀ ਫਾਰਮ ਦੇ ਵਿੱਚ ਰਿਪਰੈਜ਼ੈਂਟ ਕਰ ਲਏ ਸੀ। ਹੁਣ ਆਪਾਂ ਇਹਨਾਂ ਨੂੰ ਗ੍ਰਾਫ ਦੇ ਉੱਤੇ ਪਲੋਟ ਕਰਾਂਗੇ। ਸਭ ਤੋਂ ਪਹਿਲਾਂ ਗ੍ਰਾਫ ਦੇ ਉੱਤੇ x ਐਕਸਿਸ ਜੋ ਕਿ ਹੋਰੀਜ਼ੋਨਟਲ ਲਾਈਨ ਹੈ ਉਹ ਡਰਾ ਕੀਤੀ, ਤੇ ਉਹਨੂੰ ਕ੍ਰੋਸ ਕਰਦੀ ਵਰਟੀਕਲ ਲਾਈਨ ਇੱਕ y ਐਕਸਿਸ ਡਰਾ ਕੀਤੀ। ਜਿੱਥੇ ਇਹ ਕ੍ਰੋਸ ਕਰਦੇ ਨੇ ਇੱਕ ਦੂਸਰੇ ਨੂੰ ਉਹ ਹੁੰਦਾ ਓਰੀਜਨ ਜਿਹਦੇ ਕੋਆਰਡੀਨੇਟਸ ਹੁੰਦੇ ਆ 0 0। ਇਸ ਤੋਂ ਉੱਪਰ ਵੱਲ ਨੂੰ ਆਪਾਂ ਪੋਜ਼ਿਟਿਵ ਡਾਇਰੈਕਸ਼ਨ ਆਫ y ਐਕਸਿਸ ਲੈਂਦੇ ਆ, ਇਸ ਦੇ ਨੀਚੇ ਲੈਂਦੇ ਆ ਨੈਗੇਟਿਵ ਡਾਇਰੈਕਸ਼ਨ ਆਫ y ਐਕਸਿਸ। ਉਸ ਦੇ ਅਕੋਰਡਿੰਗ ਆਪਾਂ ਪੁਆਇੰਟਸ ਲੈ ਲਾਂਗੇ, ਉੱਪਰ ਵੱਲ ਨੂੰ ਪੋਜ਼ਿਟਿਵ, ਨੀਚੇ ਵੱਲ ਨੂੰ ਨੈਗੇਟਿਵ। ਸਿਮਿਲਰਲੀ x ਐਕਸਿਸ ਦੇ ਉੱਤੇ ਰਾਈਟ ਹੈਂਡ ਸਾਈਡ ਤੇ ਜਿਹੜੇ ਆਪਣੇ ਕੋਲ ਪੁਆਇੰਟਸ ਹੁੰਦੇ ਨੇ ਉਹ ਹੁੰਦੀ ਹੈ, ਕਿਉਂਕਿ ਪੋਜ਼ਿਟਿਵ ਡਾਇਰੈਕਸ਼ਨ ਆਫ x ਐਕਸਿਸ ਦੇ ਉੱਤੇ ਪੋਜ਼ਿਟਿਵ ਪੁਆਇੰਟਸ ਲੈਂਦੇ ਆਪਾਂ, ਤੇ ਲੈਫਟ ਹੈਂਡ ਸਾਈਡ ਤੇ ਆਪਣੇ ਕੋਲ ਹੁੰਦੀ ਹੈ ਨੈਗੇਟਿਵ ਡਾਇਰੈਕਸ਼ਨ ਆਫ x ਐਕਸਿਸ। ਉਸ ਸਾਈਡ ਵੱਲ ਨੂੰ ਜਿਹੜੇ ਆਪਾਂ ਪੁਆਇੰਟਸ ਲੈਂਦੇ ਆ ਉਹ ਆਪਣੇ ਕੋਲ ਨੈਗੇਟਿਵ ਹੁੰਦੇ ਨੇ। ਸੋ ਇਸ ਤਰ੍ਹਾਂ ਆਪਾਂ ਪਹਿਲਾਂ ਦੋ ਐਕਸਿਸ ਡਰਾ ਕਰ ਲੀਆਂ। ਇਹ ਇਹਨਾਂ ਦੇ ਉੱਤੇ ਜਿਹੜੇ ਪੁਆਇੰਟਸ ਨੇ ਇਹਨਾਂ ਦੀ ਜਿਹੜੀ ਕਾਊਂਟ ਹੈ ਉਹ ਕਿੱਥੇ ਤੱਕ ਲੈਣੀ ਹੈ ਇਹ ਡਿਪੈਂਡ ਕਰਦਾ ਹੈ ਆਪਣੇ ਜਿਹੜੇ ਸੋਲਿਊਸ਼ਨਸ ਨੇ। ਬਾਕਸ ਦੇ ਵਿੱਚ ਆਪਾਂ x ਤੇ y ਦੀਆਂ ਮੈਕਸਿਮਮ ਵੈਲਿਊਜ਼ ਦੇਖ ਲੈਣੀਆਂ, ਉਹਦੇ ਅਕੋਰਡਿੰਗ ਆਪਾਂ ਇਹ ਜਿਹੜੇ ਪੁਆਇੰਟਸ ਨੇ ਇਹ ਦੋਨੋਂ ਐਕਸਿਸ ਦੇ ਉੱਤੇ ਲੈ ਲੈਣੇ ਨੇ। ਹੁਣ ਆਪਣੇ ਕੋਲ ਹੈ ਪਹਿਲੀ ਇਕੁਏਸ਼ਨ ਦਾ ਪਹਿਲਾ ਸੋਲਿਊਸ਼ਨ, x ਦੀ ਵੈਲਿਊ -7 y ਦੀ ਵੈਲਿਊ 5। x ਐਕਸਿਸ ਦੇ ਉੱਤੇ -7 ਇੱਥੇ ਪਹੁੰਚ ਗਏ ਆਪਾਂ, ਤੇ y ਐਕਸਿਸ ਦੇ ਉੱਤੇ 5 ਹੈ ਵੈਲਿਊ ਇੱਥੇ। ਇੱਥੋਂ ਆਪਾਂ ਇੱਧਰ ਨੂੰ ਮੂਵ ਕਰਨਾ ਸਟਾਰਟ ਕਰਾਂਗੇ ਜਿੱਧਰ ਵੱਲ ਨੂੰ -7 ਹੈ, ਤੇ ਜਿੱਥੇ -7 ਦੀ ਸੇਧ ਹੋਏਗੀ ਉੱਥੇ ਜਾ ਕੇ ਆਪਾਂ ਰੁਕ ਜਾਾਂਗੇ। ਦੋਨੋਂ ਜਿੱਥੇ ਇੱਕ ਦੂਸਰੇ ਨੂੰ ਮੀਟ ਕਰਨਗੇ ਉਹ ਪੁਆਇੰਟ ਆਪਾਂ ਨੂੰ ਮਿਲ ਗਿਆ। ਉਸਦੇ ਕੋਆਰਡੀਨੇਟਸ ਨੇ -7 ਤੇ 5। ਇਹ ਪੁਆਇੰਟ ਹੈ -7 ਤੇ ਨਾਲ ਹੈਗਾ 5। ਦੂਸਰਾ ਪੁਆਇੰਟ ਹੈ 7 7, x ਦਾ ਵੀ 7 y ਦਾ ਵੀ 7। x ਐਕਸਿਸ ਦੇ ਉੱਤੇ 7 ਉੱਥੇ ਪਹੁੰਚ ਗਏ, ਉੱਥੋਂ ਉੱਪਰ ਵੱਲ ਨੂੰ ਮੂਵ ਕਰਾਂਗੇ। ਉੱਪਰ ਵੱਲ ਨੂੰ ਮੂਵ ਕਰਦੇ ਹੋਏ ਆਪਾਂ ਰੁਕਣਾ ਹੈ, ਜਿੱਥੇ y ਐਕਸਿਸ ਦੇ ਉੱਤੇ 7 ਆਇਆ ਉਹਦੇ ਸਾਹਮਣੇ ਜਾ ਕੇ ਰੁਕ ਜਾਣਾ ਹੈ। ਹਾਂਜੀ, y ਐਕਸਿਸ ਦਾ 7 ਇੱਧਰੋਂ ਆ ਗਿਆ, ਇੱਥੇ ਰੁਕ ਜਾਾਂਗੇ। ਇੱਧਰੋਂ ਵੀ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ, ਡੋਟਡ ਲਾਈਨ ਦੇ ਥਰੂ ਸ਼ੋ ਕਰ ਸਕਦੇ ਹੋ, ਸੋ ਦੈਟ ਤੁਹਾਨੂੰ ਕੋਈ ਵੀ ਭੁਲੇਖਾ ਨਾ ਲੱਗੇ, ਕੋਈ ਮਿਸਟੇਕ ਨਾ ਹੋਵੇ। ਸੋ ਇਹ ਆਪਣਾ ਪੁਆਇੰਟ ਹੋ ਗਿਆ 7 7। ਇਸ ਪੁਆਇੰਟ ਦੇ ਕੋਆਰਡੀਨੇਟਸ ਹੋ ਗਏ 7 7। ਹਾਂਜੀ, ਸਭ ਤੋਂ ਪਹਿਲਾਂ ਆਪਾਂ ਇਹਨਾਂ ਦੋਨਾਂ ਪੁਆਇੰਟਸ ਦੇ ਵਿੱਚੋਂ ਕ੍ਰੋਸ ਹੁੰਦੀ ਹੋਈ ਇੱਕ ਲਾਈਨ ਹੈ ਜਿਹੜੀ ਸਟ੍ਰੇਟ ਲਾਈਨ ਉਹ ਡਰਾ ਕਰਾਂਗੇ। ਹਾਂਜੀ, ਹੁਣ ਆਪਾਂ ਡਰਾ ਕਰਾਂਗੇ ਸਟ੍ਰੇਟ ਲਾਈਨ ਇਹਨਾਂ ਚੋਂ ਪਾਸ ਹੁੰਦੀ ਹੋਈ। ਓਕੇ, ਤਾਂ ਇਹਨਾਂ ਚੋਂ ਪਾਸ ਹੁੰਦੀ ਹੋਈ ਆਪਣੀ ਇੱਕ ਸਟ੍ਰੇਟ ਲਾਈਨ ਡਰਾ ਹੋ ਚੁੱਕੀ ਹੈ। ਇਹਨੂੰ ਥੋੜ੍ਹਾ ਜਿਹਾ ਪਿੱਛੇ ਨੂੰ ਫਰਦਰ ਤੁਸੀਂ ਐਕਸਟੈਂਡ ਕਰ ਸਕਦੇ ਹੋ ਸਕੇਲ ਦੀ ਹੈਲਪ ਦੇ ਨਾਲ। ਹਾਂਜੀ, ਇਹ ਆਪਣੇ ਕੋਲ ਹੋ ਗਈ ਫਸਟ ਇਕੁਏਸ਼ਨ ਸੀ ਜਿਹੜੀ ਲਾਈਨ ਦੀ, ਉਹਦੀ ਆਪਣੇ ਕੋਲ ਗ੍ਰਾਫ ਪਲੋਟ ਹੋ ਗਿਆ। ਹੁਣ ਆਪਾਂ ਸੈਕਿੰਡ ਇਕੁਏਸ਼ਨ ਦੇ ਸੋਲਿਊਸ਼ਨਸ ਤੋਂ ਜਿਹੜੇ ਇਹ ਪੁਆਇੰਟ ਨੇ ਉੱਥੋਂ ਉਸ ਦਾ ਗ੍ਰਾਫ ਪਲੋਟ ਕਰਾਂਗੇ। ਹਾਂਜੀ, x ਦੀ ਵੈਲਿਊ 6 ਹੈ, y ਦੀ ਵੈਲਿਊ 0 ਹੈ। x ਦੀ ਵੈਲਿਊ 6 ਯਾਨੀ ਕਿ ਇੱਥੇ ਪਹੁੰਚੇ ਆਪਾਂ, y ਦੀ ਵੈਲਿਊ 0 ਹੈ, ਸੋ ਉੱਪਰ ਵੱਲ ਨੂੰ ਆਪਾਂ ਮੂਵ ਨਹੀਂ ਕਰਨਾ। y ਦੀ ਵੈਲਿਊ ਤਾਂ ਇੱਥੇ ਹੀ 0 ਹੀ ਹੁੰਦੀ ਹੈ x ਐਕਸਿਸ ਤੇ ਸਾਰੀ ਤੇ। ਸੋ ਇਹ ਹੋ ਗਿਆ ਪਹਿਲਾ ਪੁਆਇੰਟ, ਯਾਨੀ ਕਿ 6 0 ਵਾਲਾ ਪੁਆਇੰਟ। ਨੈਕਸਟ ਹੈ ਆਪਣੇ ਕੋਲ x ਦੀ ਵੈਲਿਊ 3, y ਦੀ ਵੈਲਿਊ -1। ਹਾਂਜੀ, x ਦੀ ਵੈਲਿਊ 3 x ਐਕਸਿਸ ਤੇ ਇੱਥੇ ਪਹੁੰਚੇ ਆਪਾਂ, y ਦੀ ਵੈਲਿਊ ਹੈ -1 ਯਾਨੀ ਕਿ ਨੀਚੇ ਨੂੰ ਮੂਵ ਕਰਨਾ ਪਏਗਾ। ਸੋ ਇੱਧਰੋਂ ਇੱਥੇ ਤੇ ਇੱਧਰੋਂ -1 ਤੋਂ ਸਟ੍ਰੇਟ ਆਏ ਆਪਾਂ, ਦੋਨੇ ਇੱਥੇ ਕ੍ਰੋਸ ਕਰਦੇ ਨੇ। ਸੋ ਇਹ ਪੁਆਇੰਟ ਹੋ ਗਿਆ 3, -1। ਹਾਂਜੀ, ਹੁਣ ਇਹਨਾਂ ਦੋਨਾਂ ਪੁਆਇੰਟਸ ਦੇ ਵਿੱਚੋਂ ਪਾਸ ਕਰਦੀ ਹੋਈ ਇੱਕ ਸਟ੍ਰੇਟ ਲਾਈਨ ਆਪਾਂ ਡਰਾ ਕਰ ਦਿਆਂਗੇ। ਹਾਂਜੀ, ਇਹ ਇਹਨਾਂ ਚੋਂ ਪਾਸ ਕਰਦੀ ਹੋਈ ਸਟ੍ਰੇਟ ਲਾਈਨ ਹੋ ਗਈ ਆਪਣੇ ਕੋਲ। ਇਸ ਤਰ੍ਹਾਂ ਆਪਣੇ ਕੋਲ ਇਸ ਕੁਐਸਚਨ ਦਾ ਗ੍ਰਾਫ ਕੰਪਲੀਟ ਹੋ ਗਿਆ। ਅੱਗੇ ਸੈਕਿੰਡ ਕੁਐਸਚਨ ਦੀ ਆਪਣੇ ਕੋਲ ਸਟੇਟਮੈਂਟ ਹੈ, ਦ ਕੋਚ ਆਫ ਅ ਕ੍ਰਿਕਟ ਟੀਮ ਬਾਇਜ਼ 3 ਬੈਟਸ ਐਂਡ 6 balls for ₹300। ਅੱਗੇ ਸੈਕਿੰਡ ਕੁਐਸਚਨ ਦੀ ਸਟੇਟਮੈਂਟ ਹੈ ਆਪਣੇ ਕੋਲ, the coach of a cricket team buys 3 bats and 6 balls for ₹3900. Later she buys another bat and 3 more balls of the same kind for ₹1300.
रिप्रेजेंट दिस सिचुएशन एल्जेब्रिकली एंड ज्योमैट्रिकली और ग्राफिकली। सो पहला इस सिचुएशन नूं आपां इक्वेशनस दी फॉर्म दे विच रिप्रेजेंट करांगे। सो स्टार्ट करते हैं। पहला बैट ते बॉल की गल हो रही है। सो पहला बैट दी ते बॉल की जिहड़ी प्राइस है वो एज्यूम करांगे। लेट कॉस्ट ऑफ वन बैट इक्वल्स टू रुपीज एक्स। हुण वारी है बॉल दी प्राइस एज्यूम करन दी एंड कॉस्ट ऑफ वन बॉल इज इक्वल्स टू रुपीज वाई। यानी कि मान लो एक बल्ले की कीमत बराबर रुपए एक्स ते बाद दे विच एक बॉल की कीमत मान लांगे आपां रुपीज वाई। अकॉर्डिंग टू फर्स्ट कंडीशन यानी पहले प्रश्न अनुसार 3 बैट्स एंड 6 बॉल्स। हाँ जी 3 बैट्स, जेकर एक बैट की कीमत x है तो 3 बैट्स की x यानी इन्हों ऐड करांगे 3x। 3 बार x नूं ऐड करना या फिर 3 दे नाल x नूं मल्टीप्लाई कर देना, इक्को गल है। सो ये बन जाएगी 3 बैट्स की जिहड़ी कीमत है वो बन जाएगी अपने कोल 3x प्लस बॉल्स ने पहले केस दे विच अपने कोल 6। सो एक बॉल की कीमत y है तो 6 की कीमत ज़्यादा दी निकालने के लिए मल्टीप्लाई हो जाएगी 6 ते y नूं आपस में मल्टीप्लाई करांगे 6y ते ये आपां दिता होया 3900 दे इक्वल। सो ये आ गई अपने कोल पहली इक्वेशन। फिर दूसरी कंडीशन है जिहड़ी अकॉर्डिंग टू सेकंड कंडीशन, अकॉर्डिंग टू सेकंड कंडीशन यानी कि दूजे प्रश्न अनुसार आपां नूं कहा कि 1 बैट एंड 3 बॉल्स ऑफ सेम काइंड। 1 बैट तो सिंपली x, 3 बॉल्स दिस टाइम सो 3y ते इन्हां दी जिहड़ी टोटल कॉस्ट है वो आपां नूं 1300 रुपीज़ कही हुई है। तो ये बन जाएगी अपने कोल सैकेंड इक्वेशन। सो ये 1 ते 2 इक्वेशनस जो आपां नूं सिचुएशन दित्ती सी उहनूं एल्जेब्रिकली एक्सप्रैस कर रही ने। हाँ जी जी पहली इक्वेशन आई सी उन्होंने आप सिंपलीफाई कर सकते हैं। आप देख सकते हैं कि जिहड़ियां तीनों टर्म्स ने वो 3 के मल्टीपल्स ने। सो ये आप 3 कॉमन कर सकते हैं। 3 कॉमन करके अपने को x प्लस 6 होंगे जोड़ा वो 2 इंटू 3 की फॉर्म च होंगे। 3 तो बच चला गया बाहर तो इत्थे आ जाएगा 2y तो दूसरी साइड ते 3900 है। इस 3900 की आप 3 के उत्ते कटिंग कर सकते हैं। सो इतों 1300 मिल जाएगा आपको। सो x प्लस 2y इज इक्वल टू 1300 ये अपनी पहली इक्वेशन हो जाएगी। ग्राफ प्लॉट करने की आप इनू यूज कर सकते हैं। इस तरह तुम इक्वेशनस को सिंपलीफाई भी कर सकते हो जे तुम चाहो तो। सो ये y दी आप वैल्यूज भरनिया ने कुछ। हुण y की वैल्यू आप 500 तो स्टार्ट करते हैं। पुट y इज इक्वल्स टू 500 यानी y बराबर 500 भरन ते x इज इक्वल्स टू 2 x प्लस 2 इंटू 500 इज इक्वल्स टू 1300। x प्लस ए बन जाएगा अपने को 1000 इज इक्वल्स टू 1300। ये 1000 उधर जाके हम सबट्रैक्ट होएगा तो x मिल जाएगा 1300 माइनस 1000 x इज इक्वल्स टू 300। सो जो y नू 500 भरिया तो x मिल गया 300। पहला सोल्यूशन आ गया 300, 500 x की वैल्यू पहले नंबर ते y की वैल्यू दूजे नंबर ते। फिर आप इसका कोई दूसरा सोल्यूशन भी निकालते हैं। y की वैल्यू नू हुण आप 600 ले लें। y इज इक्वल्स टू 600 पुट जो y नू 600 लवांगे इस इक्वेशन दे विच तो आपां नू मिलेगा x प्लस 2 इंटू 600 इज इक्वल्स टू 1300। x प्लस ए बन जाएगा 1200 इज इक्वल्स टू 1300। x इज इक्वल्स टू 1200 उधर जाके सबट्रैक्ट होएगा 1300 माइनस 1200 तो x मिल जाएगा अपने कोल 100। इस केस दे विच सोल्यूशन हो गया अपने कोल 100, 600। सो इनू आपां बॉक्स की फॉर्म दे विच रिप्रेजेंट कर लेंगे। टेबल फॉर्म भी बोलते हैं आप एक्स वाई। पहला एक्स की वैल्यू 300 है इत्थे, वाई की जो 500 सी। दूसरी बार एक्स की 100 है जदों वाई की 600 है। इस तरह आप उस इक्वेशन के लिए भी
सॉल्व करते हैं उस इक्वेशन नू भी। पुट y इज इक्वल्स टू से 300 तो x प्लस 3 इंटू 300 इज इक्वल्स टू 1300। x प्लस ए बन जाएगा अपने को 900 इज इक्वल्स टू 1300। x इज इक्वल्स टू 1300 माइनस 900 x इज इक्वल्स टू 400। सो पहला सोल्यूशन मिल गया 400, 300। सैकेंड सोल्यूशन दे लई y नू आपां पुट कर लेने आ से पुट y इज इक्वल्स टू 400। y नू 400 फिल करते हैं तो x की आ जाएगा इस इक्वेशन तो x प्लस 3 इंटू 400 इज इक्वल्स टू 1300। x प्लस ए बन जाएगा 4 3 are 12, 1200 इज इक्वल्स टू 1300। x इज इक्वल्स टू 1200 उधर जाके सबट्रैक्ट हो जाएगा। सो 1300 माइनस 1200 x मिल जाएगा आपां नू 100। सो इहदा बॉक्स बनाने इस सोल्यूशन नू भी लिख लैंदे आपां ब्रैकेट दी फॉर्म च 100, y दी वैल्यू फिल कीती सी 400। हाँ जी, इहदा बॉक्स जिहड़ा है वो इत्थे आपां बना लैंदे आ। x y पहले केस दे विच x 400 y 300, दूजे केस दे विच x 100 ते y 400। सो अपने कोल हुण दोनों जिहड़ियां इक्वेशनस हैं उन्हां दे दो सोल्यूशन मिल गए आपां नूं। इन्हां नूं हुण आपां ग्राफिकल फॉर्म दे विच रिप्रेजेंट कर सकते हैं। ओके स्टूडेंट्स, हुण अपने कोल आ गया ग्राफ। दो सोल्यूशन आपां निकाल चुके हैं दोनों इक्वेशनस दे। ग्राफ दे उत्ते एक्स एक्सिस ते वाई एक्सिस ड्रॉ कर लिया। इधर अपने कोल ओरिजिन दे राइट साइड ते पॉजिटिव डायरेक्शन ऑफ एक्स एक्सिस, लैफ्ट साइड ते नैगेटिव डायरेक्शन ऑफ एक्स एक्सिस, 0 तो ऊपर पॉजिटिव डायरेक्शन ऑफ वाई एक्सिस ते नीचे नैगेटिव डायरेक्शन ऑफ वाई एक्सिस। हाँ जी, हुण आपां एक एक बॉक्स दे उत्ते 100 का डिफरेंस लैके अपने ये पॉइंट्स मार्क कर ले ने। यह आपां पॉइंट्स मार्क करने ने अकॉर्डिंग टू अपने आह जिहड़े बॉक्सिस ने उन्हां दे विच जिहड़ियां वैल्यूज़ ने उहदे अकॉर्डिंग आपां स्केल सिलेक्ट करना हुंदा है। सो इहदे विच आपां 100 एक सेंटीमीटर है जिहड़ा ओह 100 रुपीज़ दे इक्वल लिया, क्योंकि इहदे विच अपने कोल जिहड़ी बैट ते बॉल दी कोस्ट सी, कोस्ट की गल हो रही सी। सो ये अपने कोल कोस्ट वाइज लिया आपां एक्स एक्सिस ते वाई एक्सिस दे उत्ते जिहड़े पॉइंट्स लए ने। सो पहली इक्वेशन दे पॉइंट ने जिहड़े ओह प्लॉट करदे आ। पहला है 300 x की वैल्यू तो y की वैल्यू है 500, x की वैल्यू 300 इत्थे पहुँच गए आपां, y की वैल्यू है 500। सो पॉजिटिव है, उपर नूं मूव करांगे। उपर नूं मूव करते हुए आपां 500 दे सामने जाके रुक जाना है। उत्थे रुक गए, उधरों 500 तो जिहड़ी लाइन आएगी ये जिथे दोनों आपस च क्रॉस करनगियां या मीट करनगियां वो पॉइंट हो जाएगा अपना 300, 500। सो दिस इज़ आवर फर्स्ट पॉइंट। तो जो आप पॉइंट मार्क करते हैं इस गल का ध्यान रखना कि पॉइंट में बहुत ज़्यादा बोल्ड नहीं कर देना, बहुत ज़्यादा मोटा नहीं कर देना, क्योंकि जेकर पॉइंट मोटा होएगा तो जो आप लाइन ड्रॉ करांगे तो वह एग्जैक्टली सेंटर चो ना हो के कई बार साइड तो स्टूडेंट्स ड्रॉ कर देंगे ने या उत्थों चल जाती है कई बार, तां करके क्लीयरली अपने को पता नहीं चलता जो पॉइंट बोल्ड होवे। सो इनू एक पॉइंट की फॉर्म च ही लिखना है तो आले दुआले इसके छोटा जिहा सर्कल ड्रॉ कर सकते हो तां जो देखने वाले नू क्लीयर हो जाए कि पॉइंट कित्थे है। नैक्सट है अपने को x की वैल्यू 100 तो y की वैल्यू 600, x की वैल्यू 100 आ रही एक्स एक्सिस से, y की वैल्यू है 600। सो उपर वाल मूव करांगे क्योंकि y का 600 पॉजिटिव है तो पॉजिटिव डायरेक्शन y की उपर है। उधर नूं मूव करदे आपां जाके रुकना है 600 के सामने। उधरों 600 तो जी लाइन आई दोनों जिथे मीट कर गई उत्थे अपना पॉइंट हो गया। ये हो गया x की वैल्यू सी 100 तो y की है 600। हाँ जी, दोनों पॉइंट अपने ड्रॉ हो गए ने। हुण इन्हां दे विच्चों पास करने वाली लाइन ड्रॉ करांगे आपां। हाँ जी, बिल्कुल सेंटर चो जावे लाइन पॉइंट्स दे, तो इस तरह अपने कोल दोनों पॉइंट्स चो पास करने वाली लाइन ड्रॉ होगी। इसी तरह आपां हुण सैकेंड लाइन नूं ड्रॉ करांगे।
ਉਹਦੇ ਵਿੱਚ ਪਹਿਲਾਂ x ਦੀ ਵੈਲਿਊ ਹੈ 400, y ਦੀ ਹੈ 300, x ਦਾ 400 ਰਿਹਾ ਇੱਥੇ, y ਦੀ ਹੈ 300, ਉਹ ਵੀ ਪੋਜ਼ਿਟਿਵ ਹੈ। ਉੱਪਰ ਵੱਲ ਨੂੰ ਮੂਵ ਕਰਾਂਗੇ, ਉੱਪਰ ਵੱਲ ਨੂੰ ਜਾਂਦੇ ਹੋਏ ਆਪਾਂ y ਦੇ 300 ਦੇ ਸਾਹਮਣੇ ਰੁਕਣਾ ਹੈ। ਉੱਧਰੋਂ y ਦੇ 300 ਤੋਂ ਜੋ ਲਾਈਨ ਆਏਗੀ ਉਹ ਜਿੱਥੇ ਇਸ ਪਹਿਲੇ ਵਾਲੀ ਲਾਈਨ ਨੂੰ ਮੀਟ ਕਰੇਗੀ ਉਹ ਆਪਣਾ ਪੁਆਇੰਟ ਹੋ ਜਾਏਗਾ, ਪੁਆਇੰਟ ਆਫ ਇੰਟਰਸੈਕਸ਼ਨ, ਤੇ ਉਹ ਹੋ ਜਾਏਗਾ ਆਪਣਾ 400 ਤੇ 300। पहला पॉइंट ड्रॉ हो गया। दूजा पॉइंट है x की वैल्यू 100 है, y की 400 है, x की 100 तो आप पहले ही गए हुए हैं उपर वाल नूं, तो y की 400 उत्थों अपने को स्ट्रेट लाइन आएगी तो आ पॉइंट मिल जाएगा आपां नूं 100,400। हाँ जी, ये दूजा पॉइंट हो गया। हुण आ वाला पॉइंट तो आ वाला जिहड़ा पॉइंट है इन्हां दोनों चों आपां स्ट्रेट लाइन ड्रॉ करनी है। सो कर दिंदे हैं एक स्ट्रेट लाइन ड्रॉ, पॉइंट्स दे सेंटर चों जावे, मेक श्योर लाइन है जिहड़ी, हाँ जी इस तरह अपने कोल सैकेंड लाइन भी ड्रॉ हो गई अपनी। सो इहदे नाल अपना इस क्वेश्चन का जिहड़ा ग्राफ है वो कंप्लीट हो गया। अगे थर्ड क्वेश्चन की स्टेटमेंट है अपने कोल, द कॉस्ट ऑफ 2 kg ऑफ एप्पल्स एंड 1 kg ऑफ ग्रेप्स ऑन वन डे वॉज फाउंड टू बी 160, यानी कि 2 किलोग्राम सेब ते 1 किलोग्राम जिहड़े अपने कोल ने अंगूर उन्हां दी कीमत सी 160 रुपए किसी दिन। आफ्टर अ मंथ, 1 महीने बाद, द कॉस्ट ऑफ 4 kg ऑफ एप्पल्स, इस टाइम एप्पल सीगे जिहड़े परचेज किए गए वो 4 kg सी, ते ग्रेप्स परचेज किए गए 2 kg। उस केस दे विच कॉस्ट बनी ₹300। रिप्रेजेंट द सिचुएशन एल्जेब्रिकली एंड ज्योमेट्रिकली। सो पहला आपां इहदे लई 1 kg ऑफ एप्पल्स ते 1 kg ऑफ ग्रेप्स की जोड़ी है कॉस्ट वो एज्यूम करांगे, जिस तरह पिछले क्वेश्चन दे विच बैट ते बॉल की कॉस्ट नूं एज्यूम कीता सी। लेट कॉस्ट ऑफ 1 kg ऑफ एप्पल्स, लेट कॉस्ट ऑफ 1 kg एप्पल्स, 1 kg ऑफ एप्पल्स इज इक्वल्स टू ₹x, यानी कि मान लो 1 किलोग्राम सेबां की कीमत बराबर ₹x एंड कॉस्ट ऑफ 1 kg ऑफ ग्रेप्स, यानी 1 किलोग्राम अंगूरां की कीमत आप मान लें ₹y। तो पहली कंडीशन के अकॉर्डिंग, यानी पहले प्रश्न अनुसार अकॉर्डिंग टू फर्स्ट कंडीशन, टू kg ऑफ एप्पल्स यानी कि 2x प्लस 1 kg ऑफ ग्रेप्स यानी कि 1y, इन्हां दी कीमत बनी सी ₹160। सो ये बन जाएगी अपने कोल पहली इक्वेशन। ये विचों आ जिहड़ा 1 है तुसीं इहनूं छड्ड भी सकते हो। उस तो बाद है अकॉर्डिंग टू सैकेंड कंडीशन, यानी कि दूजे प्रश्न अनुसार आपां नूं दिता होया है 4 kg ऑफ एप्पल्स यानी कि 4x प्लस 2 kg ऑफ ग्रेप्स यानी कि 2y, इन्हां दी टोटल कीमत है ₹300। हाँ जी, ये आप देख सकते हैं कि जिहड़ियां तीनों संख्यावां ने 4, 2 ते 300 ये तीनों नंबरस 2 दे टेबल च आउण वालियां ने। सो इत्थे आपां 2 कॉमन कर सकते हैं, क्योंकि 4 नूं आपां 2 × 2 लिखते हैं, 2 चला गया बाहर तो अंदर 2 ते x रह जाएगा, प्लस आ 2 बाहर चला गया, इत्थे कल्ला y रह जाएगा। तो दूसरी साइड ते है अपने कोल 300, 2 दे नाल आ 300 की कटिंग करांगे 150 मिल जाएगा। सो सैकेंड इक्वेशन बन रही है 2x प्लस y इज इक्वल्स टू 150। ये आ गई अपने कोल सैकेंड इक्वेशन। ये आ गई इन्हां दी एल्जेब्रिकल रिप्रेजेंटेशन। हुण करांगे इन्हां दी आपां ग्राफिकल रिप्रेजेंटेशन। हाँ जी, जो 2 इक्वेशनस आईयां आपां लिख लिया ने। हुण आपां किसी एक वेरीएबल दीयां वैल्यूज़ भरांगे ते दूसरे दीयां वैल्यूज़ निकालांगे। पहली इक्वेशन दे विच y दीयां वैल्यूज़ भरदे आं। पुट y इज इक्वल्स टू से 60, y नूं 60 भरदे आं तां की मिलेगा 2x प्लस 60 इज इक्वल्स टू 160, 60 जाके सबट्रैक्ट होएगा, 2x इज इक्वल्स टू 160 माइनस 60, 2x इज इक्वल्स टू 100। तो इत्थों जिहड़ा है 2 है वो 100 नूं कैंसल कर देगा तो x मिल जाएगा अपने कोल 50। सो पहला सोल्यूशन आ गया अपने कोल 50, 60।
दूजा सोल्यूशन निकालते हैं, पुट y इज इक्वल्स टू, इस टाइम आप y नू 50 ले लें तो देखते हैं की मिलता है 2x प्लस y की जगह पर भरन लगे 50 इज इक्वल्स टू 160, तो 2x इज इक्वल्स टू 160 माइनस ये उधर जाके सबट्रैक्ट हो जाएगा, मिल जाएगा 2x इज इक्वल्स टू 110, तो 110 तो आप x निकाल लाँगे 110/2 करके, इधर 2 है जो x नाल मल्टीप्लाई हो रहा उधर जाके डिवाइड करेगा, तो ये मिल जाएगा आपको 55, तो x आ गया उस केस दे विच 55, तो सोल्यूशन मिल गया आपको 55, y की वैल्यू फिल की सी 50। सो ये सोल्यूशन आ गया, बॉक्स की फॉर्म च रिप्रेजेंट कर लें इनू आप। एक्स वाई, हाँ जी पहले केस दे विच एक्स की वैल्यू 50, वाई की 60, 50 60, नैक्सट केस च एक्स की 55 तो वाई की 50। हाँ जी हुण दूजी इक्वेशन वाल मूव करते हैं, दूजी इक्वेशन दे विच वाई की वैल्यू इत्थे भरते हैं आप से 60, पुट y इज इक्वल्स टू 60, तो आपको मिलेगा 2x प्लस 60 इज इक्वल्स टू 150, ये 60 जाके सबट्रैक्ट होएगा, 2x इज इक्वल्स टू 150 माइनस 60, 2x इज इक्वल्स टू इन्हों 150 के विचों 60 नूं सबट्रैक्ट करके मिल जाएगा 90, तो x आ जाएगा अपने को 90/2 करके 45, तो x मिल गया 45, तो पहला सोल्यूशन हो गया अपने को 45, 60। फिर आप भरते हैं y की कोई दूसरी होर वैल्यू, मान लो 50 भर लें इस केस दे विच, पुट y इज इक्वल्स टू 50, तो उस केस दे विच इस इक्वेशन च फिल करांगे 2x प्लस 50 इज इक्वल्स टू 150, 2x इज इक्वल्स टू 150 माइनस 50 जाके सबट्रैक्ट हो जाएगा, तो आपको मिल जाएगा 2x इज इक्वल्स टू 150 जो 50 सबट्रैक्ट करके 100, तो x आ जाएगा अपने कोल 100/2 करके इत्थों 50, तो x आ गया 50, y की वैल्यू भी सी 50, तो x भी आ गया अपने कोल 50, तो सोल्यूशन हो गया 50 50। हाँ जी ਇਹਦਾ ਜਦੋਂ ਆਪਾਂ ਬਾਕਸ ਬਣਾ ਲੈਂਦੇ ਆ ਤਾਂ ਆਪਾਂ ਇਹਦੇ ਵਿੱਚ x ਤੇ y ਦੀਆਂ ਵੈਲਿਊਜ਼ ਭਰ ਦੇਾਂਗੇ। x ਦੀ ਪਹਿਲੀ ਵੈਲਿਊ ਸੀ 45 ਜਦੋਂ ਸੀ y 60 ਤਾਂ ਦੂਜੇ ਕੇਸ ਦੇ ਵਿੱਚ ਤਾਂ ਹੈ ਇਹ 50 50। ਹੁਣ ਆਪਣੇ ਕੋਲ ਦੋ ਸੋਲੂਸ਼ਨਸ ਆ ਗਏ, ਘੱਟੋ ਘੱਟ ਦੋ ਸੋਲੂਸ਼ਨਸ ਚਾਹੀਦੇ ਹੁੰਦੇ ਆ ਕਿਸੇ ਇਕੁਏਸ਼ਨ ਦਾ ਗ੍ਰਾਫ ਪਲੋਟ ਕਰਨ ਦੇ ਲਈ। ਹੁਣ ਆਪਾਂ ਇਹਨਾਂ ਪੁਆਇੰਟਸ ਨੂੰ ਯੂਜ਼ ਕਰਕੇ ਇਹਦਾ ਗ੍ਰਾਫ ਪਲੋਟ ਕਰਦੇ ਆ। ओके स्टूडेंट्स हुण आने आपां इस क्वेश्चन के ग्राफ ते एक्स एक्सिस ते वाई एक्सिस ड्रॉ कर रखिया ने, दोने मीट करनगियां ओ पॉइंट ते ओरिजिन ते। इधर पॉजिटिव डायरेक्शन ऑफ एक्स एक्सिस ते आपां 1-1 सेंटीमीटर 10 यूनिट के बराबर लई है, यानी कि इत्थे 10 इत्थे 20 10 के फर्क ते आपां ये पॉइंट लए ने। नैगेटिव अपने कोल जिहड़े ये पॉइंट्स ने इन्हां दे विच कोई भी नैगेटिव नहीं, सो ज़्यादा शो करन दी जरूरत नहीं, उधर नूं आपां 2 पॉइंट ही शो कीते ने। इसी तरह नैगेटिव वाई एक्सिस ते अपने कोल उधर भी आपां 2 पॉइंट ही शो किए ने, पॉजिटिव डायरेक्शन वाल 10 20 30 40 आपां 70 तक शो किए ने। हुण आपां जिहड़े पॉइंट ने वो देखांगे, ड्रॉ करांगे। एक्स की वैल्यू 50, वाई की वैल्यू 60, एक्स की वैल्यू 50 आ रही, उपर नूं वाई की भी पॉजिटिव है, उपर वाल नूं मूव करांगे क्योंकि 60 आ रहा, इधरों 60 तो इधरों 50 की जिहड़ी है अपने कोल सेध लवांगे, तो इत्थे आपां नूं इधरों 50 की सेध उधरों 60 की सेध लई, तो आपां नूं आ पॉइंट मिल जाएगा पहला पॉइंट। ये पॉइंट हो गया अपना 50 60। सैकेंड है एक्स की वैल्यू 55, वाई की 50, एक्स की 55, सो 50 तो 60 के विचकार होएगी ये। इत्थों आपां लवांगे उपर वाल नूं, तो वाई दे 50 के सामने रुकना जाके, सो वाई का 50 इधरों आ गया अपने को इत्थे, सो ये पॉइंट मिल गया आपां नूं सैकेंड पॉइंट 55 ते 50। हाँ जी पहला इन्हां चों लाइन ड्रॉ करांगे, बाकी दे पॉइंट्स बाद च ड्रॉ करके उन्हां चों बाद दे विच लाइन ड्रॉ करांगे। हाँ जी इहदे विचों जदों लाइन ड्रॉ कीती तो अपने कोल इस तरह की लाइन आ जाएगी।
हाँ जी, हुण वारी है इन्हां पॉइंट्स नूं ग्राफ दे उत्ते प्लॉट करके इन्हां दे विचों लाइन ड्रॉ करन दी। सो पहला x की वैल्यू है 45, x की वैल्यू 45 यानी 40 ते 50 दे विचकार इत्थों चलेगी, ते y दी उधर 60 है। सो 45 ते इधरों 45 तो चलांगे, उधरों 60 की सेध लवांगे, अपने कोल पॉइंट इत्थे का आएगा। सो इस पॉइंट के नाल इधर आप 45 ते 60 लिख देंगे। हाँ जी, नैक्सट आ गया अपने कोल दूजा पॉइंट 50 50, एक्स ते वाई दोनों दी वैल्यूज़ 50 है, इधरों 50 ते उधरों भी 50, ये पॉइंट इत्थे आ जाएगा। हाँ जी, ये आ गया पॉइंट 50 50। सो हुण इन्हां दे विचों लाइन ड्रॉ करन दी वारी है, तां इन्हां चों लाइन ड्रॉ करदे हां आपां। ओके, इन्हां चों अपनी लाइन ड्रॉ हो गई, तां अपने कोल इस तरह का ग्राफ है जिहड़ा ओह इस क्वेश्चन का आपां नूं मिल गया, तो ये नाल अपना इस क्वेश्चन का ग्राफ है जो कंप्लीट हो गया। वैल स्टूडेंट्स, मैनूं उम्मीद है जो आपां ये अज काम किया यानी 3.1 का सल्यूशन है तुहानूं सारा चंगी तरह समझ आ गया होएगा। फिर भी तुहाडी कोई प्रॉब्लम या कोई डाउट होए तो तुसीं मैनूं कमेंट सैक्शन दे विच जाके पुछ सकते हो। वीडियो नूं लास्ट तक देखण दे लई तुहाडा थैंक्स। वीडियो चंगी लगे तो इसनूं लाइक ते शेयर जरूर करना हो स्टूडेंट्स दे नाल, सो दैट हो स्टूडेंट्स भी इस तो बेनीफिट लै सकन। थैंक यू।